पंजाब सरकार पंजाब सरकार। ਅਸੀਂ ਬੱਚਿਆਂ ਦੇ ਮੂੰਹ ਤੋਂ ਨਿਵਾਲੇ ਛਿਨ ਕੇ ਤੇ ਇਹ ਜ਼ਮੀਨ ਜਿਹੜੀ ਹੈ ਲੋਕਾਂ ਨੇ ਲਈ, ਜਿੰਨ 25-30 ਲੱਖ ਰੁਪਏ ਖਰਚ ਕੀਤਾ ਹੈ। ਇਹ 16 ਜਿਹਨਾਂ ਨੇ ਕਿਹਾ ਜੀ ਅਵੈਧ ਹੈ, ਉਹਦੇ 16 ਤੋਂ ਲੈ ਕੇ 22 ਤੱਕ ਜਾਂ 21 ਤੱਕ ਇਹ ਬਿਲਕੁਲ ਸਾਇਲੈਂਟ ਰਹੇ। ਜਦੋਂ ਤੁਸੀਂ ਰਜਿਸਟਰੀ ਕਰਾਈ ਉਸ ਸਮੇਂ ਤਹਿਸੀਲਦਾਰ ਨੇ, ਕਿਸੇ ਪਟਵਾਰੀ ਨੇ, ਕਿਸੇ ਕਾਨੂੰਗੋ ਨੇ ਪੂਰੇ ਤੁਹਾਡੇ ਦੱਸਿਆ ਨਹੀਂ ਕਿ ਭਾਈ ਇੱਥੇ ਨਜਾਇਜ਼ ਉਸਾਰੀ ਬਣੀ ਹੈ ਤੁਹਾਡੀ, ਅਗਰ ਤੁਸੀਂ ਮਕਾਨ ਬਣਾਓਗੇ ਬਾਣ ਬੀਜਣ ਵਾਸਤੇ ਜ਼ਮੀਨ ਹੈ, ਇਹ नहीं गल आखी? किसी पटवारी ने और किसी तहसीलदार ने कुछ भी नहीं दसा। जो बिजली कनेक्शन लिया उस समय कोई आया थे चेक करने वास्ते? मैं ये पूछा गया कि भाई जी अगर पक्की रजिस्ट्री है तो आपको बिजली कनेक्शन मिलेगा। नहीं समझ आ रही है, एक तरफ तो अपना अब ये आम जनता करे तो लोग कहेंगे दलाली कर रही है, एक तरफ तो वो कमीशन खा रही है, रेवेन्यू जमा करा रही है, बिजली बिल जमा करा रही है, दूसरी तरफ घर ढाने वास्ते आ रही है। कि की करोगे अगे जाके जो थोड़ी सरकार कोर्ट की सुनवाई होगी? सरकार सुनवाई तो करेगी जी, सारी पब्लिक जाएगी, सीएम साहब भी घेराव करेंगे, पहले अपने एमएलए को घेराव करेंगे। सरकार वास्ते किसी कंडीशन पर उनको छोड़ेंगे नहीं, चाहे जहाँ तक लड़ना पड़ेगा लड़ने को तैयार है। 2024 की इलेक्शन आ रही है, साथ दोगे सरकार का? मोहाली जिले के कस्बा नवांगरां दे विच पिछले दिनी गमांडा वालों नजायज़ उसारियां कह के बड़ी कार्रवाई की गई सी। कई मकान तोड़े गए, जिस नूं लैके लोगों वालों विरोध भी किया गया सी, पर उसके बावजूद भी गमांडा लगातार कार्रवाई करनों फिर रहा है। तो अज फिर गमांडा दी दस्सिया जा रहा है कि गड्डियां नवांगरां के नज़दीक पहुंचियां सी, जिस नूं लैके लोग इकट्ठे होए, पंजाब सरकार के खिलाफ नारेबाजी की गई है। गलबात करने लई साडे नाल इलाके के लोग जिहड़े वसनीक ने, इत्थे दस्सिया जा रहा 3 लाख के करीब जिहड़ी आबादी है, पर मकान क्यों तोड़े जा रहे हैं वो गलबात करते हैं। की गल है जी, मकान दस्से जा रहे गमांडा वालों पिछले दिन भी तोड़े गए हैं, थोड़ी नजायज़ उसारियां कीतियां हुई ने या कोई रजिस्ट्री वगैरह भी है थोड़े को? देखिए ਜਿਹੜੀ ਰਜਿਸਟਰੀ ਤੁਸੀਂ ਗੱਲ ਕਰ ਰਹੇ ਹੋ, ਮੈਂ 2016 ਚ ਮੈਂ ਇਹ ਲੈਂਡ ਲਿਆ ਸੀ। ਉਸ ਵਕਤ ਈਵਨ ਇਹ ਸੀ ਕਿ ਇੱਥੇ ਪ੍ਰਧਾਨ ਸਾਹਿਬ ਜਿਹੜੇ ਸਨ ਇਸ ਵਕਤ ਉਹਨਾਂ ਦਾ ਵੀ NOC ਲਿਆ, ਪਟਵਾਰੀ ਤੋਂ ਪੂਰੀ ਵੈਰੀਫਿਕੇਸ਼ਨ ਕਰਵਾਈ। ਅਸੀਂ ਮੈਂ ਪੜ੍ਹਾ ਲਿਖਾ ਪ੍ਰੋਫੈਸਰ ਹਾਂ ਮੈਂ, ਔਰ ਮੈਂ ਪੂਰੇ ਭਾਰਤ ਵਰਸ਼ ਦੇ ਅਫੀਸਰਸ ਨੂੰ ਟ੍ਰੇਨਿੰਗ ਦਿੰਦਾ। ਮੈਂ ਤੁਹਾਡੇ ਨਾਲ 2-3 ਗੱਲਾਂ ਸ਼ੇਅਰ ਕਰਾਂਗਾ, ਉਹ ਤੁਸੀਂ ਗੌਰ ਨਾਲ ਸੁਣਿਓ। ਇਹ ਜਿਸ ਵਕਤ ਸਾਰਾ ਕਰਾ ਕੇ ਅਸੀਂ ਇਹਦੀ ਹੱਦਬੰਦੀ ਕਰ ਲਈ ਪਲਾਟ ਦੀ, ਤੇ ਇਹਨਾਂ ਦੀ ਤਰਫੋਂ ਐਕਸ਼ਨ ਹੋਇਆ। ਸਾਨੂੰ ਕੋਈ ਨੋਟਿਸ ਨਹੀਂ ਆਇਆ, ਸਾਨੂੰ ਕਿਸੇ ਤਹਿਸੀਲਦਾਰ ਨੇ ਜਾਂ ਪਟਵਾਰੀ ਨੇ ਜਾਂ ਪ੍ਰਧਾਨ ਨੇ ਜਾਂ ਜਿਹੜਾ ਸੇਲਰ ਸੀ ਉਹਨਾਂ ਨੇ ਇਸ ਗੱਲ ਦਾ ਸਾਡਾ ਉਹਨਾਂ ਨੂੰ ਨਹੀਂ ਪਤਾ ਕਿ ਬਈ ਇਹ ਜ਼ਮੀਨ ਜਿਹੜੀ ਆ ਕੋਈ ਅਵੈਧ ਹੈ ਜਾਂ। ਸਾਨੂੰ ਅਫਸੋਸ ਇਸ ਗੱਲ ਦਾ ਕਿ ਅਸੀਂ ਬੱਚਿਆਂ ਦੇ ਮੂੰਹ ਤੋਂ ਨਿਵਾਲੇ ਛਿਨ ਕੇ ਤੇ ਇਹ ਜ਼ਮੀਨ ਜਿਹੜੀ ਆ ਲੋਕਾਂ ਨੇ ਲਈ, ਜਿੰਨ 25-30 ਲੱਖ ਰੁਪਏ ਖਰਚ ਕੀਤਾ ਹੈ। ਮੈਂ 60 ਲੱਖ ਰੁਪਏ ਖਰਚ ਕੀਤਾ ਜ਼ਮੀਨ ਤੇ। ਹੁਣ ਮੈਂ ਆਪਣੇ ਬੱਚੇ ਚੰਡੀਗੜ੍ਹ ਰਹਿ ਰਹੇ ਸਨ, मतलब पिछले 16 ਤੋਂ ਲੈ ਕੇ, ਫਿਰ ਮਜਬੂਰ ਹੋ ਕੇ ਮੈਨੂੰ, ਕਿਉਂਕਿ ਉੱਥੇ 25-30 ਹਜ਼ਾਰ ਰੁਪਏ ਦੇ ਇੱਕ ਕਮਰੇ ਦਾ ਕਿਰਾਇਆ ਦੇ ਰਿਹਾ ਸੀ, ਮੈਂ ਸਟੱਡੀ ਕਰ ਰਹੇ ਸਨ, ਮਜਬੂਰ ਹੋ ਕੇ ਮੈਂ 2 ਕਮਰੇ ਬਣਾਏ। ਇੰਤਜ਼ਾਰ ਇਸ ਵਾਸਤੇ ਕੀਤਾ ਕਿ ਮੇਰੇ 16 ਜਿਹਨਾਂ ਨੇ ਕਿਹਾ ਜੀ ਅਵੈਧ ਹੈ, ਉਹਦੇ 16 ਤੋਂ ਲੈ ਕੇ 22 ਤੱਕ ਜਾਂ 21 ਤੱਕ ਇਹ ਬਿਲਕੁਲ ਸਾਇਲੈਂਟ ਰਹੇ। ਅਸੀਂ ਮਕਾਨ ਬਣਾ ਲਏ, ਅਸੀਂ ਨਾਲੀਆਂ ਆਪਣੀਆਂ ਡਿਵੈਲਪ ਕਰ ਲਈਆਂ, ਅਸੀਂ ਆਪਣੀਆਂ ਰੋਡ ਵੀ ਥੋੜ੍ਹੇ ਆਪਣੇ ਲੋਕਾਂ ਨੇ ਆਪਣੇ ਪੱਲਿਓਂ ਪਾ ਕੇ ਕਰ ਲਏ। ਬਿਜਲੀ ਦੇ ਕਨੈਕਸ਼ਨ ਉਹਨਾਂ ਨੇ ਦੇ ਦਿੱਤੇ। ਜਿਹੜੇ ਬਿਜਲੀ ਦਾ ਕਨੈਕਸ਼ਨ ਦਿੱਤਾ ਉਸ ਵਕਤ ਬਕਾਇਦਾ ਬਿਜਲੀ ਡਿਪਾਰਟਮੈਂਟ ਨੇ ਕਿਹਾ ਸੀ ਕਿ ਅਗਰ ਤੁਹਾਡੇ ਕੋਲ ਪੱਕੀ ਰਜਿਸਟਰੀ ਹੋਏਗੀ, ਤੁਹਾਡੇ ਇੰਤਕਾਲ ਹੋਏਗਾ ਤੇ ਤੁਹਾਨੂੰ ਕਨੈਕਸ਼ਨ ਮਿਲੇਗਾ, ਨਹੀਂ ਤਾਂ ਨਹੀਂ ਮਿਲੇਗਾ। ਉਹਨਾਂ ਨੇ ਵੀ ਵੈਰੀਫਿਕੇਸ਼ਨ ਕੀਤੀ ਬਿਜਲੀ ਡਿਪਾਰਟਮੈਂਟ ਨੇ, ਫਿਰ ਜਾ ਕੇ ਸਾਨੂੰ ਕਨੈਕਸ਼ਨ ਮਿਲੇ। ਹੁਣ ਮੈਂ ਤੁਹਾਨੂੰ ਗੌਰ ਇਸ ਗੱਲ 'ਤੇ ਮੈਂ ਧਿਆਨ ਦੇਣਾ ਸਰਕਾਰ ਦਾ ਵੀ ਕਿ ਇਸ ਇਲਾਕੇ ਦੇ ਬੱਚੇ ਜਿਹੜੇ CBSE ਦੀ ਤਿਆਰੀ ਕਰ ਰਹੇ ਨੇ, ਜਿਹੜੇ ਰਹਿ ਰਹੇ ਨੇ ਮਕਾਨਾਂ 'ਚ, ਉਹ ਬੱਚਿਆਂ ਦੇ, ਮੈਂ ਇੱਕ ਟੀਚਰ ਦੇ ਨਾਤੇ ਬੋਲ ਰਿਹਾ, ਉਹਨਾਂ ਬੱਚਿਆਂ 'ਤੇ ਇਤਨੀ ਟੈਨਸ਼ਨ ਪਾ ਦਿੱਤੀ ਹੈ ਗੌਰਮੈਂਟ ਨੇ ਕਿ ਹਰ ਬੱਚਾ ਜਿਹੜਾ ਪੜ੍ਹਨ ਨੂੰ ਤਿਆਰ ਨਹੀਂ। ਹਰ ਬੱਚਾ ਹਰ ਵਕਤ ਦੇਖਦਾ ਕਿ ਮੇਰਾ ਪਾਪਾ ਕਿੱਥੇ ਗਿਆ, ਮੇਰੀ ਮੰਮਾ ਕਿੱਥੇ ਗਈ। ਉਹ ਕਮ ਸੇ ਕਮ ਤੁਸੀਂ ਕਰਨਾ ਸੀ, ਕੋਈ ਨੋਟਿਸ ਲਗਾਉਂਦੇ ਹੋ, ਕੋਈ ਬੋਰਡ ਲਗਾਉਂਦੇ ਹੋ, ਗਮਾਂਡਾ ਦਾ ਬੋਰਡ ਲਗਾਉਂਦੇ ਹੋ, ਸਮੇਂ ਦਿੰਦੇ ਹੋ। ਇਹ ਕਿਹੜਾ ਤੁਗਲੀ ਫਰਮਾਨ ਹੋਇਆ ਜੀ? ਇੱਕ ਨੋਟਿਸ ਕੱਢ ਦਿੱਤਾ ਅਖਬਾਰ 'ਚ ਕਿ ਲਓ ਜੀ ਅਸੀਂ ਇਹ ਕਿਹੜਾ ਇਲਾਕਾ ਢਾਣਾ ਹੈ। ਹੁਣ ਗੱਲ ਆਈ, ਮੇਰੇ ਸਾਥੀ ਨੇ ਦੱਸਿਆ, ਅਗਰ ਇਹ ਗੱਲ ਇਹ ਸੀ ਤੇ ਜਿਹੜਾ ਸੁਪਰੀਮ ਕੋਰਟ ਦਾ ਮਤਲਬ ਇਹ ਜੀ ਕੋਰਟ ਦਾ ਆਰਡਰ ਹੈ, ਕੋਰਟ ਦੇ ਆਰਡਰ ਨੂੰ ਅਸੀਂ ਡਿਸਓਬੇ ਨਹੀਂ ਕਰ ਸਕਦੇ। ਅਗਰ ਤੁਸੀਂ ਕੋਰਟ ਦੇ ਆਰਡਰ ਨੂੰ ਡਿਸਓਬੇ ਨਹੀਂ, ਤਾਂ ਕਿਆ ਹਾਈ ਕੋਰਟ ਦੇ ਆਰਡਰ ਜਿਹੜੇ ਨਾ, ਹਾਈ ਕੋਰਟ ਦੇ ਆਰਡਰ ਸੁਪਰੀਮ ਕੋਰਟ ਦੇ ਉੱਤੇ ਹੋ ਗਏ? ਸੁਪਰੀਮ ਕੋਰਟ, ਉਹ ਹਾਈ ਕੋਰਟ ਜਿਹੜਾ ਓਵਰਰੂਲ ਨਹੀਂ ਕਰ ਰਹੇ ਕਿ ਅਗਰ ਤੁਸੀਂ ਸੁਪਰੀਮ ਕੋਰਟ ਵਿੱਚ ਸਾਡਾ ਕੇਸ ਪੈਂਡਿੰਗ ਪਿਆ। ਇਹਨਾਂ ਨੇ ਕਿਹਾ ਕਿ ਵੀ ਇਸ ਇਲਾਕਾ ਜਿਹੜਾ, ਗੌਰਮੈਂਟ ਨੇ ਵੀ ਕਿਹਾ ਬਕਾਇਦਾ ਸਾਡੇ ਕੋਲ ਆਰਡਰ ਨੇ, ਔਰ ਕੋਰਟ ਨੇ ਵੀ ਕਿਹਾ ਕਿ ਇਹ ਇਲਾਕਾ ਜਿਹੜਾ ਮੁਨਸਪੈਲਿਟੀ 'ਚ ਪਾਇਆ ਜਾਏ। ਅਗਰ ਨੱਡਾ ਮੁਨਸਪੈਲਿਟੀ 'ਚ ਪੈ ਸਕਦਾ, ਸਾਡੇ ਨਾਲ ਲੱਗਦਾ ਹੈ, ਇਹਦੀ ਵੀ ਸਾਨੂੰ ਉਮੀਦ ਸੀ ਕਿ ਪਾਇਆ ਜਾਏ।
ਕਿੰਨੀ ਆਬਾਦੀ ਤੁਹਾਡੀ ਇੱਥੇ? ਇੱਥੇ ਮੇਰੇ ਖਿਆਲ ਜਿਹੜੇ ਮੈਂ ਜਿਸ ਇਲਾਕੇ 'ਚ ਵੱਡੀ ਕਰੋਨਾ ਰਹਿਣਾ, ਇੱਥੇ ਕਮ ਸੇ ਕਮ ਵੀ 200 ਆਬਾਦੀ, ਕਮ ਸੇ ਕਮ 700-800 200 ਘਰ ਹੋਏਗਾ। 200 ਘਰ ਹੋਏਗਾ ਤੇ ਆਬਾਦੀ ਜਿਹੜੀ ਹੈ 1000 ਤੋਂ 2000, ਹਾਂ 2000 ਦੇ ਕਰੀਬ ਆਬਾਦੀ ਹੋਏਗੀ। ਕਿਉਂਕਿ ਮੁੜ ਕੇ ਆਣਾ। ਅੱਛਾ, ਜਦੋਂ ਤੁਸੀਂ ਰਜਿਸਟਰੀ ਕਰਾਈ ਉਸ ਸਮੇਂ ਤਹਿਸੀਲਦਾਰ ਨੇ, ਕਿਸੇ ਪਟਵਾਰੀ ਨੇ, ਕਿਸੇ ਕਾਨੂੰਗੋ ਨੇ ਪੂਰੇ ਤੁਹਾਡੇ ਦੱਸਿਆ ਨਹੀਂ ਕਿ ਭਾਈ ਇੱਥੇ ਨਜਾਇਜ਼ ਉਸਾਰੀ ਬਣੀ ਹੈ ਤੁਹਾਡੀ, ਅਗਰ ਤੁਸੀਂ ਮਕਾਨ ਬਣਾਓਗੇ ਬਾਣ ਬੀਜਣ ਵਾਸਤੇ ਜ਼ਮੀਨ ਹੈ, ਇਹ ਨਹੀਂ ਗੱਲ ਆਖੀ ਤੁਹਾਨੂੰ? नहीं नहीं जी, किसी पटवारी ने और किसी तहसीलदार ने कुछ भी नहीं दसा। ਜਦੋਂ ਬਿਜਲੀ ਕਨੈਕਸ਼ਨ ਲਿਆ ਉਸ ਸਮੇਂ ਕੋਈ ਆਇਆ ਇੱਥੇ ਚੈੱਕ ਕਰਨ उस ਵਾਸਤੇ? समय ये पूछा गया कि भाई जी अगर पक्की रजिस्ट्री है तो आपको बिजली कनेक्शन मिलेगा। उन्होंने वेरिफिकेशन करा और पक्की रजिस्ट्री चेक करा, उसके बाद बिजली कनेक्शन दिया। ਪਰ ਸਰਕਾਰ ਕਹਿ ਰਹੀ ਸੀ ਜਦੋਂ ਬਣਨ ਤੋਂ ਪਹਿਲਾਂ ਕਿ ਅਸੀਂ ਜਿਹੜੇ ਬੇਘਰ ਨਹੀਂ ਕਰਾਂਗੇ ਕਿਸੇ ਨੂੰ ਵੀ, ਪਰ ਹੁਣ ਕੀ ਲੱਗਦਾ ਕਿ ਸਰਕਾਰ ਦੀ ਨੀਤੀ ਕੀ ਲੱਗਦੀ ਹੈ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਕਾਰਵਾਈ ਕਰ ਰਹੀ ਹੈ, ਤੁਸੀਂ ਨਾਅਰੇਬਾਜ਼ੀ ਉਹਨਾਂ ਦੇ ਖਿਲਾਫ ਕਰ ਰਹੇ ਸੀ? सरकार की नीयत ही नहीं समझ आ रही है। एक तरफ तो अपना अब ये आम जनता करे तो लोग कहेंगे दलाली कर रही है, एक तरफ तो वो कमीशन खा रही है, रेवेन्यू जमा करा रही है, बिजली बिल जमा करा रही है, दूसरी तरफ घर ढाने वास्ते आ रही है। अब किस वास्ते हम लोग जाए, किस किनारे हम लोग जाएं, ये समझ नहीं आती। ਮੰਤਰੀ ਸਾਹਿਬ ਨੂੰ ਮਿਲਿਓ, ਐਮਐਲਏ ਸਾਹਿਬ ਨੂੰ ਮਿਲਿਓ, ਆਪਣੇ ਇਸ ਏਰੀਆ ਦੇ ਹਲਕਾ ਖੜ ਦੇ ਐਮਐਲਏ ਨੂੰ ਮਿਲਿਓ ਤੁਸੀਂ ਇਸ ਬਾਰੇ? ਆਪਣੇ ਐਮਐਲਏ ਸਾਹਿਬ ਨੂੰ ਮਿਲੇ ਸੀ, ਕੱਲ ਅਸੀਂ ਸਮੇਂ ਲਿਆ ਸੀ, ਗਏ ਸੀ ਆਨ ਦੀ ਬਿਹਾਫ ਆਫ ਦੀ ਐਮਐਲਏ, ਜਿਹੜੇ ਮੰਤਰੀ ਮਹੋਦਿਆ ਦੇ ਜਿਹੜੇ ਪਿਤਾ ਜੀ ਸਨ, ਉਹਨਾਂ ਨਾਲ ਬੜੀ ਗੌਰ ਨਾਲ ਗੱਲ ਸੁਣੀ। ਲੇਕਿਨ ਉਹਨਾਂ ਦਾ ਵੀ ਇਸ਼ਾਰਾ ਜਿਹੜਾ ਸੀ, ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਗਰ ਦੋ ਰਸਤੇ ਨੇ, ਤੁਸੀਂ ਕੋਰਟ 'ਤੇ ਜਾਓ ਤੇ ਇਸ ਆਰਡਰ ਤੇ ਸਟੇ ਲਾ ਲਓ, ਕਿਉਂਕਿ ਗਮੰਡ ਵਾਲੇ ਜਿਹੜੇ ਨਾਲ ਤੁਹਾਡਾ ਸਟੇ ਦਾ ਉਹ ਸਟੇ ਜਿਹੜਾ ਅਗਰ ਲੱਗੇਗਾ ਤਾਂ ਰੁਕ ਸਕਦੇ ਨੇ। ਇਹ ਸੀਐਮ ਦੀ ਵੀ ਨਹੀਂ ਹੈ ਕਿ ਕਿਉਂਕਿ ਤੁਹਾਡਾ ਕੇਸ ਜਿਹੜਾ ਸੀਐਮ ਅਨਾਉਂਸ ਕਰ ਰਿਹਾ ਉਹਨਾਂ ਕੋਲੋਂ ਅਲੱਗ ਹੈ, ਕਿਉਂਕਿ ਉਹਨਾਂ ਤੁਹਾਡੇ ਕੋਰਟ ਦੇ ਆਰਡਰ ਨੇ ਤੇ ਕੋਰਟ ਦੇ ਆਰਡਰ ਨੂੰ ਇਹਨਾਂ ਨੂੰ ਫਾਲੋ ਕਰਨਾ ਪਏਗਾ ਗਮੰਡ ਵਾਲੇ ਨੂੰ। ਇਸ ਵਾਸਤੇ ਹੈ ਕਿ ਤੁਸੀਂ ਉਹ ਵੀ ਕਰੋ ਤੇ ਆਪਣਾ ਇੱਕ ਰੈਜ਼ੋਲੂਸ਼ਨ ਪਾਸ ਕਰੋ, ਪਾਸ ਕਰਕੇ ਸਾਨੂੰ ਦੋ, ਅਸੀਂ ਕੋਸ਼ਿਸ਼ ਕਰਾਂਗੇ। ਹੁਣ ਅਸੀਂ ਸਾਰੀ ਕਮੇਟੀ ਦੇ ਮੈਂਬਰ ਆਪਣੇ ਲੋਕਾਂ ਨਾਲ ਕੰਸਲਟ ਕਰ ਰਹੇ ਹਾਂ, ਐਡਵੋਕੇਟ ਨਾਲ ਕੰਸਲਟ ਕਰ ਰਹੇ ਹਾਂ ਕਿ ਵੀ ਸਾਨੂੰ ਕੋਈ ਐਸਾ ਲੈਟਰ ਬਣਾ ਕੇ ਦੇਣ ਲੀਗਲੀ ਕਿ ਜਿਹੜਾ ਅਸੀਂ ਆਪਣੀ ਸਰਕਾਰ ਨੂੰ ਦੱਸੀਏ ਕਿ ਬਈ ਇਹ ਸਿਚੁਏਸ਼ਨ ਹੈ, ਇਹ ਪੋਜੀਸ਼ਨ ਹੈ। ਇਸ ਵਾਸਤੇ ਹੈ ਕਿ ਜਿਹੜੀ ਤੁਸੀਂ ਬੋਰਡ ਕਾਰਡ ਬਣੇ ਹੋਏ ਇੱਥੇ, ਵੋਟਾਂ ਪਾਈਆਂ ਤੁਸੀਂ? ਵੋਟਾਂ ਬਣੇ, ਵੋਟਾਂ ਪਾਈਆਂ, ਬੋਰਡ ਕਾਰਡ ਬਣੇ, ਵੋਟਾਂ ਪਾਈਆਂ, ਲਿਸਟਾਂ ਆਈਆਂ, ਹਰ ਚੀਜ਼ ਦਾ ਇੱਥੇ ਮਤਲਬ ਆਧਾਰ ਕਾਰਡ ਸਾਰਾ ਕੁਝ ਬਣਿਆ? ਸਭ ਕੁਝ ਬਣਿਆ ਜੀ, ਸਭ ਕੁਝ ਬਣਿਆ। ਅੱਛਾ, ਮੈਂ ਵਾਪਸ ਆਉਣਾ, ਬੀਬੀਆਂ ਵੀ ਇੱਧਰ ਖੜੀਆਂ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅੱਛਾ, ਤੁਸੀਂ ਕਿਉਂ ਆਏ ਹੋ ਬਾਹਰ? ਕੀ ਕਾਰਨ ਕਿ ਤੁਸੀਂ ਘਰ ਤੋਂ ਬਾਹਰ ਕਿਉਂ ਆਏ? अपने घर बचाने के लिए। क्यों ਤੁਹਾਨੂੰ ਕੀ ਲੱਗਦਾ ਕਿ ਸਰਕਾਰ ਢਾਉਣ ਨੂੰ ਫਿਰ ਰਹੀ ਹੈ? पता नहीं, अब ऑर्डर तो ऐसे ही आए हुए हैं तो डर, मतलब मन में डर बैठ गया है। ਬਿਲਕੁਲ, ਤੁਸੀਂ ਦੇਖੋ ਨਾਲ ਦੀ ਨਾਲ ਆਪਾਂ ਗੱਲਬਾਤ ਇਹ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਜਦੋਂ ਐਮਐਲਏ ਸਾਹਿਬ ਇੱਥੇ ਆਏ ਸੀ ਪਹਿਲਾਂ ਵੋਟਾਂ ਮੰਗਣ ਵਾਸਤੇ, ਉਸ ਸਮੇਂ ਤੁਸੀਂ ਰੱਖੀ ਸੀ ਇਹ ਮੰਗ ਕਿ ਭਾਈ ਸਾਡੇ ਘਰ ਬਚਾ ਲਿਓ, ਅਸੀਂ ਵੋਟ ਪਾ ਦਾਂਗੇ? ਉਸ ਵਕਤ ਜਿਹੜੀ ਕਿਸੇ ਨੇ ਇਹ ਗੱਲ ਉਠਾਈ ਨਹੀਂ ਕਿ ਬਈ ਜਿਸ ਤਰ੍ਹਾਂ ਅਸੀਂ ਇਹ ਭੁਲੇਖੇ ਦੇ ਰਹੇ ਕਿ ਜਦ ਮਿਊਨਿਸਪੈਲਿਟੀ ਦਾ ਆਲਰੇਡੀ ਆਰਡਰ ਹੋ ਚੁੱਕਿਆ ਹੈ ਔਰ ਕੋਰਟ ਨੇ ਵੀ ਆਰਡਰ ਦੇ ਦਿੱਤਾ ਹੈ, ਇੱਥੋਂ ਦੀ ਜਿਹੜਾ ਲੋਕਲ ਜਿਹੜਾ ਮਿਨਿਸਟਰ ਸੀ ਉਹਦਾ ਵੀ ਮਤਲਬ ਇਹਨਾਂ ਨੇ, ਲੋਕਲ ਮਿਨਿਸਟਰ ਸਿੱਧੂ ਸਾਹਿਬ ਨੇ ਵੀ ਆਰਡਰ ਕਰ ਦਿੱਤਾ, ਰਿਕੁਐਸਟ ਕਰ ਦਿੱਤੀ, ਇੱਥੋਂ ਦੇ ਐਮਐਲਏ ਨੇ ਵੀ ਕਰ ਦਿੱਤੀ ਵੀ ਠੀਕ ਹੈ ਕਮੇਟੀ 'ਚ ਪਾਇਆ ਦਿੱਤਾ ਜਾਏ। ਸਾਨੂੰ ਇਹ ਸੀ ਕਿ ਸੁਪਰੀਮ ਕੋਰਟ ਦਾ ਆਰਡਰ ਜਿਹੜਾ ਅਸੀਂ ਉਹਨੂੰ ਫਾਲੋ ਕਰ ਰਹੇ ਹਾਂ, ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਕਿ ਇਹਨਾਂ ਨੇ ਸੁਪਰੀਮ ਕੋਰਟ ਦੇ ਆਰਡਰ ਨੂੰ ਓਵਰ ਰੂਲ ਕਰਕੇ ਤੇ ਆਰਡਰ ਅਲੱਗ ਕਰ ਦੇਣਾ ਕਿ ਮਕਾਨ ਢਾਹ ਦਿਓ। ਠੀਕ ਹੈ, ਬਿਲਕੁਲ। ਤੇ ਐਮਸੀ ਸਾਹਿਬ ਸਾਡੇ ਨਾਲ ਨੇ, ਕਿਵੇਂ ਦੇਖਦੇ ਹੋ ਕਿ ਲਗਾਤਾਰ ਮਕਾਨ ਤਾਂ ਬਣਾਏ ਜਾ ਰਹੇ ਨੇ ਪਰ ਦੂਜੇ ਪਾਸੇ ਢਾਣ ਦੀ ਪ੍ਰਕਿਰਿਆ ਆਪਣੀ ਨਾਲ ਗਮਾਂਡਾ ਵੱਲੋਂ ਕੀਤੀ ਜਾ ਰਹੀ ਹੈ? ਕੋਈ ਬੋਰਡ ਵਗੈਰਾ ਇੱਥੇ ਲਗਾਇਆ ਗਮਾਂਡਾ ਵੱਲੋਂ ਕਿ ਭਾਈ ਇੱਥੇ ਨਜਾਇਜ਼ ਉਸਾਰੀ ਨਹੀਂ ਕਰ ਸਕਦੇ? ਪਹਿਲਾਂ ਤੋਂ ਲੈ ਕੇ ਹੁਣ ਤੱਕ ਕੋਈ ਬੋਰਡ ਲੱਗਿਆ ਹੁਣ ਤੱਕ? ਪਹਿਲਾਂ ਤੇ ਜੀ ਤੁਹਾਡਾ ਇਹਨਾਂ ਲੋਕਾਂ ਦੀ ਮਤਲਬ ਆਵਾਜ਼ ਬਣਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਲਈ। ਦੇਖੋ, ਇਹਨਾਂ ਲੋਕਾਂ ਨੇ ਕੋਈ ਕਿਸੇ ਸ਼ਾਮਲਾਟ 'ਚ ਜਾਂ ਕਿਸੇ ਸਰਕਾਰ ਦੀ ਜ਼ਮੀਨ 'ਚ ਕੋਈ ਮਕਾਨ ਨਹੀਂ ਬਣਾਇਆ ਹੋਇਆ। ਇਹ ਖੇਵਟ ਜ਼ਮੀਨਾਂ ਇਹਨਾਂ ਸਾਰਿਆਂ ਨੇ ਰਜਿਸਟਰੀ ਕਰਾਈ ਹੋਈ, ਸਰਕਾਰ ਨੂੰ ਰੈਵਨਿਊ ਦਿੱਤਾ ਹੋਇਆ, ਰੈਵਨਿਊ ਦੇ ਤੌਰ ਤੇ ਸਾਰਾ ਮਤਲਬ ਕੋਈ ਵੀ ਇਹਨਾਂ ਦੀ ਕੋਈ ਗਲਤ ਰਜਿਸਟਰੀ ਨਹੀਂ ਹੈਗੀ। ਇਹ ਨਹੀਂ ਹੈਗੀ ਕਿ ਰਜਿਸਟਰੀ ਕਿਤੇ ਹੋਰ ਦੀ ਹੈ ਤੇ ਰਹਿ ਕਿਤੇ ਹੋਰ ਰਹੇ, ਬਿਲਕੁਲ ਖੇਵਟ ਜ਼ਮੀਨਾਂ 'ਚ ਜਿੱਥੇ ਦੀ ਰਜਿਸਟਰੀ ਉੱਥੇ ਹੀ ਰਹਿ ਰਹੇ ਆ। ਸਰਕਾਰ ਨੂੰ ਇਹਨਾਂ ਨੇ ਰੈਵਨਿਊ ਦਿੱਤਾ ਹੋਇਆ ਤੇ ਕੋਈ 10 ਸਾਲ ਤੋਂ ਰਹਿ ਰਿਹਾ, ਕੋਈ 4 ਤੋਂ, ਕੋਈ 6 ਤੋਂ, ਕੋਈ 8 ਤੋਂ, ਕੋਈ 2 ਸਾਲ ਤੋਂ, ਕੋਈ ਸਾਲ ਤੋਂ, ਹੈ ਨਾ ਜੀ। ਤੇ ਕੋਈ ਮਤਲਬ ਇਸ ਤਰ੍ਹਾਂ ਦਾ ਹੈ ਹੀ ਨਹੀਂ ਕਿ ਇਹਨਾਂ ਨੇ ਕੋਈ ਇਲੀਗਲ ਪ੍ਰਾਪਰਟੀ ਦੇ ਕੋਈ ਕਬਜ਼ਾ ਕਰਿਆ ਹੋਇਆ। ਇੱਕ ਪਾਸੇ ਸਰਕਾਰਾਂ ਤੁਹਾਨੂੰ ਪਤਾ ਜਿਹੜੀ ਨਜਾਇਜ਼ ਕਲੋਨੀਆਂ ਮਤਲਬ ਉਹਨਾਂ ਨੂੰ ਚੱਕ ਕੇ ਉਹਨਾਂ ਨੂੰ ਫਲੈਟ ਬਣਾ ਕੇ ਦੇ ਰਹੇ। ਇਹ ਤਾਂ ਇਹਨਾਂ ਲੋਕਾਂ ਨੇ ਵਿਚਾਰਿਆਂ ਨੇ ਆਪਣੀ ਮਦਦ ਦਿਨ ਰਾਤ ਦੀ ਮਿਹਨਤ ਇੱਕ ਕਰਕੇ ਤੇ ਇੱਥੇ ਆਪਣੇ ਮਕਾਨ ਬਣਾਏ ਵਿਚਾਰਿਆਂ ਨੇ। ਕਿਸੇ ਨੇ 1 ਮਰਲੇ, ਕਿਸੇ 2 ਮਰਲੇ, ਕਿਸੇ 4 ਮਰਲੇ। ਇੱਥੇ ਮਤਲਬ ਘੱਟੋ ਘੱਟ 200-300 ਮਕਾਨ ਬਣੇ ਹੋਏ ਆ ਆਲਰੇਡੀ, ਸਿਰਫ ਇਸੇ ਰੋਡ ਤੇ ਜਿਹੜੇ ਬਣੇ ਹੋਏ। ਹਾਂਜੀ, ਤੇ ਬਾਕੀ ਹੋਰ ਪੰਜਾਬ 'ਚ ਕਿੰਨੇ ਦੇਰ ਤੋਂ ਬਣੇ ਹੋਏ, ਕਿੰਨੇ ਸਾਲ ਤੋਂ? ਇਹ ਅਲੱਗ-ਅਲੱਗ ਹੈ ਜੀ, ਕੋਈ 10 ਸਾਲ ਤੋਂ ਹੈ, ਕੋਈ 2 ਸਾਲ ਤੋਂ ਹੈ, ਕੋਈ 2 ਮਹੀਨੇ ਤੋਂ, ਕੋਈ 6 ਮਹੀਨੇ ਤੋਂ। ਨਾ ਹੀ ਇੱਥੇ ਸਰਕਾਰ ਜੇਕਰ ਇਹ ਜ਼ਮੀਨਾਂ ਗਲਤ ਸੀਗੀਆਂ ਫਿਰ ਸਰਕਾਰ ਵੱਲੋਂ ਕੋਈ ਇੱਥੇ ਨੋਟਿਸ ਬੋਰਡ ਜਾਂ ਬੋਰਡ ਲਾਣਾ ਚਾਹੀਦਾ ਸੀਗਾ ਵੀ ਇੱਥੇ ਮਕਾਨ ਤੋੜਨਾ ਹੈ। ਹੁਣ ਨੋਟਿਸ ਦਿੱਤਾ ਸੀ ਕੋਈ?
ਮਤਲਬ ਕੋਈ ਬਾਈ ਨੇਮ ਕੋਈ ਕਿਸੇ ਵੀ ਤਰ੍ਹਾਂ ਦਾ ਨੋਟਿਸ ਨਹੀਂ, ਇਹਨਾਂ ਦੇ ਅਖਬਾਰਾਂ 'ਚ ਪੜਿਆ ਸਾਰਿਆਂ ਨੇ, ਅਖਬਾਰਾਂ 'ਚ ਨੋਟਿਸ ਆਇਆ ਹੈ ਨਾ ਵੀ ਜੋ ਇਲੀਗਲ ਕਲੋਨੀਜ਼ ਹੈ ਉਹਨਾਂ ਨੂੰ। ਤੇ ਦੂਜਾ ਨੰਬਰ ਇਹ 2019 ਚ ਮੇਰੇ ਹਿਸਾਬ ਤੇ 19 ਚ ਏਰੀਆ ਕਮੇਟੀ ਦੇ ਵਿੱਚ ਵੀ ਮਤਲਬ ਅਪਰੂਵ ਹੋ ਚੁੱਕਿਆ ਹੈ ਵੀ ਇਹਨੂੰ ਕਮੇਟੀ ਦੀ ਹੱਦਬੰਦੀ ਵਧਾ ਕੇ ਕਮੇਟੀ ਦੇ ਅੰਦਰ ਲਿਆ ਜਾਏ। ਫਿਰ ਪਤਾ ਨਹੀਂ ਮਤਲਬ ਕਮੇਟੀ ਚੇਂਜ ਹੋ ਗਈ, ਇਲੈਕਸ਼ਨ ਆ ਗਏ, ਕੀ ਗੱਲ ਹੋਈ ਕੀ ਨਹੀਂ ਉਹਦੇ ਬਾਰੇ ਜ਼ਿਆਦਾ ਮੈਨੂੰ ਵਿਸਤਾਰਪੂਰਵਕ ਨਹੀਂ ਪਤਾ। ਹੁਣ ਅਗਲਾ ਦੱਸ ਦਿਓ, ਹੁਣ ਲਾਸਟ ਦੇ ਸਵਾਲ ਦੇ ਵਿੱਚ ਕੀ ਸੰਘਰਸ਼ ਹੈ? ਅਗਰ ਸਰਕਾਰ ਸੁਣਵਾਈ ਨਹੀਂ ਕਰਦੀ ਤਾਂ ਕੀ ਲਿਖਿਆ ਤੁਸੀਂ ਇਲਾਕੇ ਦੇ ਨਾਲ ਗੱਲਬਾਤ ਕਰਕੇ, ਇਹਨਾਂ ਦੇ ਜਿਹੜੇ ਮਕਾਨ ਮਾਲਕ ਨੇ ਉਹਨਾਂ ਨਾਲ ਗੱਲਬਾਤ ਕਰਕੇ ਕੀ ਕਰੋਗੇ ਅੱਗੇ ਜਾ ਕੇ ਜੇ ਤੁਹਾਡੀ ਸਰਕਾਰ ਕੋਰਟ ਦੀ ਸੁਣਵਾਈ ਹੁੰਦੀ? सरकार सुनवाई तो करेगी जी, सारी पब्लिक जाएगी, सीएम साहब भी घेराव करेंगे, पहले अपने एमएलए को घेराव करेंगे कि भैया हमारी रिक्वेस्ट सुन लिया जाए, क्योंकि हम लोग अपना सारा पूंजी लगा रखे हैं, पूरा जीवन कम से कम 250-300 लोगों के जीवन बर्बाद हो जाएंगे, क्योंकि दोबारा वो बनाने की। एक पास से तो सरकार ये कहती है जी हम बिल्डिंग बना के दे रहे हैं जी, गरीब लोगों को बिल्डिंग बना के दे रहे हैं जी कि गरीब लोग रहने वास्ते रहेगा, और दूसरी तरफ जो अपने जेब से बनाए हुए 2 मरले 1 मरले 5 मरले 7 मरले 3 मरले में उनको गिराने तैयार है। तो हम सरकार वास्ते किसी कंडीशन पर उनको छोड़ेंगे नहीं, चाहे जहां तक लड़ना पड़ेगा लड़ने को तैयार हैं जी। 2024 ਦੀ ਇਲੈਕਸ਼ਨ ਆ ਰਹੀ ਹੈ, ਹੁਣ ਸਾਥ ਦੋਗੇ ਸਰਕਾਰ ਦਾ? ਜੇ ਸਰਕਾਰ ਸਾਡਾ ਸਾਥ ਨਹੀਂ ਦੇਊਗੀ ਫਿਰ ਅਸੀਂ ਕਿੱਥੋਂ ਅਗਰ ਸਰਕਾਰ ਸਾਡੇ ਨਾਲ ਅੱਜ ਖੜਦੀ ਆ ਅੱਜ ਉਸ ਤੋਂ ਬਾਅਦ ਅਸੀਂ ਜੀ ਜਾਨ ਨਾਲ ਉਹਨਾਂ ਨਾਲ ਖੜੇ ਆ। ਨਹੀਂ ਤਾਂ ਜੇ ਸਰਕਾਰ ਸਾਨੂੰ ਰੋਡ ਤੇ ਲਿਆਓਗੀ ਫਿਰ ਜੇ ਰੋਡ ਤੇ ਹੀ ਆ ਗਏ ਅਸੀਂ ਕਿਆ ਸਾਥ ਦੇਵਾਂਗੇ ਸਰਕਾਰ ਦਾ। ਠੀਕ ਹੈ, ਬਿਲਕੁਲ ਤੁਸੀਂ ਦੇਖੋ ਕਿ ਲਗਾਤਾਰ ਜਿਹੜੇ ਲੋਕਾਂ ਵੱਲੋਂ ਇਸ ਜਗ੍ਹਾ ਦੇ ਉੱਤੇ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਕਿ ਇੱਕ ਪਾਸੇ ਪ੍ਰਵਾਸੀ ਜੋ ਆਉਂਦੇ ਨੇ ਝੁੱਗੀਆਂ ਬਣਾ ਕੇ ਬੈਠਦੇ ਨੇ ਉਹਨਾਂ ਨੂੰ ਤਾਂ ਵੱਡੇ ਵੱਡੇ ਫਲੈਟ ਬਣਾ ਕੇ ਚੰਡੀਗੜ੍ਹ ਵਿੱਚ ਦਿੱਤੇ ਜਾ ਰਹੇ ਨੇ, ਪਰ ਦੂਜੇ ਪਾਸੇ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਪੈਸਾ ਕਮਾਇਆ ਆਪਣੇ ਬੱਚਿਆਂ ਦੀ ਵਾਸਤੇ ਪਰਵਰਿਸ਼ ਵਾਸਤੇ 2-3 ਮਰਲੇ ਜ਼ਮੀਨ ਲਈ ਸੀ, ਉਹਦੇ ਵਿੱਚ ਬਿਜਲੀ ਦਾ ਕਨੈਕਸ਼ਨ ਲਿਆ ਗਿਆ, ਰਜਿਸਟਰੀ ਕਰਵਾਈ ਗਈ, ਪਰ ਉਸ ਦੇ ਕਈ ਸਾਲ ਬਾਅਦ ਹੁਣ ਜਾ ਕੇ ਸਰਕਾਰ ਵੱਲੋਂ ਗਮਾਂਡਾ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਅਸੀਂ ਬੇਘਰ ਹੋ ਜਾਾਂਗੇ, ਇਸ ਨੂੰ ਲੈ ਕੇ ਸਰਕਾਰ ਅੱਗੇ ਫਰਿਆਦ ਕੀਤੀ ਹੈ, ਸਰਕਾਰ ਅੱਗੇ ਨਾਅਰੇਬਾਜ਼ੀ ਵੀ ਕੀਤੀ ਹੈ ਕਿ ਅਗਰ ਤੁਸੀਂ ਸਾਡਾ ਸਾਥ ਨਹੀਂ ਦਿੰਦੇ 2024 ਦੇ ਵਿੱਚ ਵੀ ਤੁਹਾਡੇ ਖਿਲਾਫ ਅਸੀਂ ਖੜਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਸਰਕਾਰ ਸੁਣਵਾਈ ਨਹੀਂ ਕਰਦੀ ਤਾਂ ਸੀਐਮ ਹਾਊਸ ਘੇਰਨ ਦੀ ਵੀ ਜਿਹੜੀ ਚੇਤਾਵਨੀ ਇਹਨਾਂ ਲੋਕਾਂ ਵੱਲੋਂ ਦੇ ਦਿੱਤੀ ਹੈ। ਦੇਖਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਗਮਾਂਡਾ ਕਾਰਵਾਈ ਕਰਦਾ ਹੈ ਤਾਂ ਲੋਕ ਵੀ ਸੜਕਾਂ ਲਈ ਉਤਰਨ ਲਈ ਤਿਆਰ ਜਿਹੜੇ ਹੋ ਗਏ ਨੇ। ਤਾਂ ਆਉਣ ਵਾਲੇ ਦਿਨਾਂ ਦੀ ਇੱਕ ਵੱਡਾ ਸੰਘਰਸ਼ ਉਹ ਲਿਖਣ ਦੀ ਤਿਆਰੀ ਹੈ। ਤਾਂ ਆਉਣ ਵਾਲੇ ਦਿਨ ਦੇਖਦੇ ਕਿ ਇਹਨਾਂ ਦੇ ਘਰ ਬਸਦੇ ਨੇ ਜਾਂ ਗਮਾਂਡਾ ਕੋਈ ਵੱਡੀ ਕਾਰਵਾਈ ਕਰਦਾ ਹੈ ਤਾਂ ਆਉਣ ਵਾਲਾ ਸਮੇਂ ਦੱਸੇਗਾ। ਤੁਹਾਡੇ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਜ ਸਿੰਘ।